ਡੀਅਰ ਸਟੂਡੈਂਟਸ, इस वीडियो ਵਿੱਚ ਅਸੀਂ ਚਰਚਾ ਕਰਾਂਗੇ ਕਿ ਅੰਤਰਰਾਸ਼ਟਰੀ ਖੇਤਰ ਵਿੱਚ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਸ਼ਕਤੀ ਸੰਤੁਲਨ ਨੂੰ ਕਾਇਮ ਰੱਖਣ ਲਈ ਰਾਜਾਂ ਦੁਆਰਾ ਮੁੱਖ ਤੌਰ ਤੇ ਕਿਹੜੀਆਂ-ਕਿਹੜੀਆਂ ਵਿਧੀਆਂ ਅਪਣਾਈਆਂ ਜਾਂਦੀਆਂ ਹਨ। ਸਭ ਤੋਂ ਪਹਿਲੀ ਵਿਧੀ ਅਸੀਂ ਚਰਚਾ ਕਰਦੇ ਹਾਂ ਮੁਆਵਜ਼ਾ ਜਾਂ ਕੰਪਨਸੇਸ਼ਨ। ਮੁਆਵਜ਼ਾ ਜਾਂ ਜਿਵੇਂ ਕਿ ਇਸ ਦੇ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਜੋ ਜੇਤੂ ਰਾਜ ਨੇ ਉਹ ਹਾਰੇ ਹੋਏ ਰਾਜ ਤੋਂ ਯੁੱਧ ਦੇ ਖਰਚੇ ਦੇ ਰੂਪ ਦੇ ਵਿੱਚ ਯੁੱਧ ਦੇ ਖਰਚੇ ਦੇ ਬਦਲੇ ਆਪਣੇ ਮੁਆਵਜ਼ੇ ਦੀ ਮੰਗ ਕਰਦੇ ਹਨ। ਇਸ ਮੁਆਵਜ਼ੇ ਦੀ ਵਿਧੀ ਅਪਣਾਈ ਜਾਂਦੀ ਹੈ ਸ਼ਕਤੀ ਸੰਤੁਲਨ ਦੇ ਸੰਦਰਭ ਵਿੱਚ। ਜਦੋਂ ਕੋਈ ਰਾਜ ਸ਼ਕਤੀ ਸੰਤੁਲਨ ਲਈ ਖਤਰਾ ਪੈਦਾ ਕਰ ਰਿਹਾ ਹੋਵੇ ਤਾਂ ਜੇਤੂ ਰਾਜ ਉਸ ਦੀ ਕੁਝ ਭੂਮੀ ਤੇ ਜਾਂ ਕਈ ਵਾਰੀ ਸਾਰੀ ਭੂਮੀ ਤੇ ਕਬਜ਼ਾ ਕਰਕੇ ਸੰਤੁਲਨ ਵਿੱਚ ਸ਼ਾਮਲ ਬੈਲੈਂਸ ਵਿੱਚ ਸ਼ਾਮਲ ਦੂਸਰੇ ਰਾਜਾਂ ਵਿੱਚ ਵੰਡ ਦਿੰਦੇ ਹਨ। ਇਸ ਵਿਧੀ ਦੀ ਵਰਤੋਂ ਆਮ ਕਰਕੇ ਯੁੱਧ ਦੇ ਵਿੱਚ ਜੇਤੂ ਰਹਿਣ ਵਾਲੀ ਧਿਰ ਹੀ ਕਰ ਸਕਦੀ ਹੈ, ਕਿਉਂਕਿ ਇਹ ਮੁਆਵਜ਼ਾ ਉਸ ਤਰ੍ਹਾਂ ਦਾ ਨਹੀਂ ਹੈ ਜਿਸ ਤਰ੍ਹਾਂ ਸਾਡੇ ਸਿਵਲ ਲਾ ਦੇ ਵਿੱਚ ਡੋਮੈਸਟਿਕ ਲਾ ਦੇ ਵਿੱਚ ਅਪਣਾਇਆ ਜਾਂਦਾ ਹੈ, ਜਿਹੜਾ ਕਿ ਕੋਰਟ ਦੁਆਰਾ ਫੈਸਲਾ ਕੀਤਾ ਜਾਂਦਾ ਹੈ। ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਰਾਜਾਂ ਤੇ ਕੋਈ ਇਸ ਤਰ੍ਹਾਂ ਦੇ ਫੈਸਲੇ ਲਾਗੂ ਨਹੀਂ ਹੁੰਦੇ। ਰਾਜਾਂ ਦੇ ਜੋ ਫੈਸਲੇ ਨੇ ਉਹ ਉਹਨਾਂ ਦੀ ਸ਼ਕਤੀ ਦੇ ਆਧਾਰ ਤੇ ਕੀਤੇ ਜਾਂਦੇ ਨੇ। ਇਸ ਲਈ ਮੁਆਵਜ਼ਾ ਜਾਂ ਕੰਪਨਸੇਸ਼ਨ ਹੈ ਜਿਹੜਾ ਉਸ ਨੂੰ ਇੰਪੋਜ਼ ਕਰਨਾ ਹੈ ਜਿਹੜਾ ਉਹ ਵੀ ਜੇਤੂ ਧਿਰਾਂ ਦੇ ਹੱਥ ਦੇ ਵਿੱਚ ਹੁੰਦਾ ਹੈ। ਪੋਲੈਂਡ ਦਾ 1772, 1793 ਅਤੇ 1795 ਤਿੰਨ ਵਾਰੀ ਬਟਵਾਰਾ ਹੋਇਆ। ਤਿੰਨੇ ਵਾਰੀ ਉਸ ਦੇ ਕੁਝ ਹਿੱਸੇ ਨੂੰ ਮੁਆਵਜ਼ੇ ਦੇ ਰੂਪ ਦੇ ਵਿੱਚ ਜੇਤੂ ਸ਼ਕਤੀਆਂ ਨੂੰ ਵੰਡਿਆ ਗਿਆ ਤੇ ਲਾਸਟ ਤੇ ਜੋ 1995 ਦਾ ਬਟਵਾਰਾ ਹੋਇਆ ਉਸ ਬਟਵਾਰੇ ਵਿੱਚ ਤਾਂ ਪੂਰੀ ਭੂਮੀ ਨੂੰ ਹੀ ਪੋਲੈਂਡ ਦੀ ਨੂੰ ਤਿੰਨ ਰਾਜਾਂ ਦੇ ਵਿੱਚ ਵੰਡ ਲਿਆ ਗਿਆ। ਇਹ ਤਿੰਨ ਰਾਜ ਸੀ ਰਸ਼ੀਆ, ਪ੍ਰਸ਼ੀਆ ਅਤੇ ਆਸਟਰੀਆ ਪੋਲੈਂਡ। 1795 ਤੋਂ ਲੈ ਕੇ 1918 ਤੱਕ ਪੋਲੈਂਡ ਹੈ ਜਿਹੜਾ ਉਸ ਦੀ ਆਪਣੀ ਕੋਈ ਸੁਤੰਤਰ ਐਗਜ਼ਿਸਟੈਂਸ ਨਹੀਂ ਰਹੀ। ਇਸ ਦੇ ਖੇਤਰ ਨੂੰ ਤਿੰਨ ਜੇਤੂ ਸ਼ਕਤੀਆਂ ਨੇ ਆਪੋ ਆਪਣੇ ਖੇਤਰ ਦੇ ਵਿੱਚ ਵੰਡ ਲਿਆ। ਦੂਸਰੀ ਵਿਧੀ ਹੈ ਗੱਠਜੋੜ ਅਤੇ ਵਿਰੋਧੀ ਗੱਠਜੋੜ, ਅਲਾਇੰਸਿਸ ਐਂਡ ਕਾਊਂਟਰ ਅਲਾਇੰਸਿਸ। ਕਈ ਵਾਰੀ ਕਿਸੇ ਰਾਜ ਨੂੰ ਲੱਗਦਾ ਹੈ ਕਿ ਆਪਣੀ ਸ਼ਕਤੀ ਵਿੱਚ ਵਾਧਾ ਕਰਨ ਲਈ ਦੂਸਰੇ ਰਾਜਾਂ ਦੇ ਨਾਲ ਅਸੀਂ ਗੱਠਜੋੜ ਬਣਾ ਲੈਂਦੇ ਹਾਂ। ਇਸ ਤਰ੍ਹਾਂ ਦੇ ਗੱਠਜੋੜ ਅੰਤਰਰਾਸ਼ਟਰੀ ਰਾਜਨੀਤੀ ਦੀ ਹਿਸਟਰੀ ਦੇ ਵਿੱਚ ਬਹੁਤ ਵਾਰੀ ਬਣੇ ਹਨ। ਇਹ ਜਿਹੜਾ ਇੱਥੇ ਅਸੀਂ ਗੱਠਜੋੜ ਹਾਈਲਾਈਟ ਕੀਤਾ ਹੈ, ਇਹ ਗੱਠਜੋੜ ਹੈ ਜਰਮਨੀ, ਆਸਟਰੀਆ ਹੰਗਰੀ ਅਤੇ ਇਟਲੀ ਦਾ ਗੱਠਜੋੜ। ਇਹ 1882 ਵਿੱਚ ਹੋਇਆ ਸੀ। ਇਸ ਨੂੰ ਤ੍ਰੈਪੱਖੀ ਗੱਠਜੋੜ ਜਾਂ ਤ੍ਰੈਪੱਖੀ ਸੰਧੀ ਕਿਹਾ ਜਾਂਦਾ, ਟ੍ਰਿਪਲ ਅਲਾਇੰਸ ਕਿਹਾ ਜਾਂਦਾ। ਇਹ ਇਸ ਗੱਠਜੋੜ ਬਾਰੇ ਮੰਨਿਆ ਜਾਂਦਾ ਕਿ ਇਹ ਫਰਾਂਸ ਦੀ ਵੱਧਦੀ ਹੋਈ ਸ਼ਕਤੀ ਨੂੰ ਕਾਊਂਟਰ ਕਰਨ ਲਈ ਇਹਨਾਂ ਤਿੰਨਾਂ ਰਾਜਾਂ ਨੇ ਜਰਮਨੀ, ਆਸਟਰੀਆ ਹੰਗਰੀ ਅਤੇ ਇਟਲੀ ਨੇ ਗੱਠਜੋੜ ਬਣਾਇਆ ਸੀ। ਜਦੋਂ ਇਹ ਤਿੰਨਾਂ ਰਾਜਾਂ ਨੇ ਗੱਠਜੋੜ ਬਣਾਇਆ, ਇਹਨਾਂ ਤਿੰਨਾਂ ਰਾਜਾਂ ਦੇ ਅਗੇਂਸਟ ਬੈਲੈਂਸ ਨੂੰ ਦੁਬਾਰਾ ਸੁਰਜੀਤ ਕਰਨ ਲਈ ਫਰਾਂਸ ਦੀ ਅਗਵਾਈ ਦੇ ਵਿੱਚ ਫਰਾਂਸ, ਗ੍ਰੇਟ ਬ੍ਰਿਟੇਨ ਅਤੇ ਰਸ਼ੀਆ ਇਹਨਾਂ ਤਿੰਨਾਂ ਰਾਜਾਂ ਨੇ ਮਿਲ ਕੇ 1907 ਵਿੱਚ ਟ੍ਰਿਪਲ ਇੰਟੈਂਟ ਬਣਾਇਆ। ਇਹ ਟ੍ਰਿਪਲ ਇੰਟੈਂਟ ਹੈ ਜਿਹੜਾ ਇਹ ਫਰਾਂਸ, ਗ੍ਰੇਟ ਬ੍ਰਿਟੇਨ ਅਤੇ ਰਸ਼ੀਆ ਇਹ ਤਿੰਨਾਂ ਰਾਜਾਂ ਨੇ ਮਿਲ ਕੇ ਇਸ ਟ੍ਰਿਪਲ ਅਲਾਇੰਸ ਨੂੰ ਕਾਊਂਟਰ ਕਰਨ ਲਈ, ਇਸ ਦੇ ਵਿਰੁੱਧ ਸ਼ਕਤੀ ਨੂੰ ਬੈਲੈਂਸ ਕਰਨ ਲਈ, ਫਰਾਂਸ ਦੀ ਸ਼ਕਤੀ ਨੂੰ ਜਾਂ ਆਪਣੀ ਸਾਰਿਆਂ ਦੀ ਸ਼ਕਤੀ ਨੂੰ ਬੈਲੈਂਸ ਕਰਨ ਲਈ ਬਣਾਇਆ ਸੀ। ਤੀਸਰੀ ਵਿਧੀ ਹੈ ਸ਼ਸਤਰੀਕਰਨ ਅਤੇ ਨਿਸ਼ਸਤਰੀਕਰਨ, ਆਰਮਾਮੈਂਟ ਐਂਡ ਡਿਸਆਰਮਾਮੈਂਟ। ਸ਼ਸਤਰੀਕਰਨ ਹੈ ਆਪਣੇ ਆਪ ਨੂੰ ਹਥਿਆਰਾਂ ਨਾਲ ਲੈਸ ਕਰਨਾ। ਹਰ ਰਾਜ ਆਪਣੇ ਆਪ ਨੂੰ ਹਥਿਆਰਾਂ ਨਾਲ ਲੈਸ ਕਰਦਾ ਰਹਿੰਦਾ ਹੈ। ਇਸ ਦੀਆਂ ਵੱਖੋ ਵੱਖਰੀ ਅੱਗੇ ਆਸਪੈਕਟ ਹਨ ਕਿ ਆਪਣੇ ਆਪ ਨੂੰ ਹਥਿਆਰਾਂ ਨਾਲ ਲੈਸ ਕਿਵੇਂ ਕੀਤਾ ਜਾ ਸਕਦਾ ਹੈ। ਜਿਵੇਂ ਹਥਿਆਰਾਂ ਦੀ ਗਿਣਤੀ ਵਿੱਚ ਵਾਧਾ ਕਰਨਾ, ਜਿਉਂ ਗਿਣਤੀ ਵਿੱਚ ਵਾਧਾ ਹੋਵੇਗਾ ਤਿਉਂ ਕੋਈ ਰਾਜ ਜ਼ਿਆਦਾ ਸ਼ਕਤੀਸ਼ਾਲੀ ਬਣੇਗਾ। ਆਪਣੇ ਜੋ ਐਗਜ਼ਿਸਟਿੰਗ ਹਥਿਆਰ ਨੇ ਉਹਨਾਂ ਦੀ ਮਾਰੂ ਸਮਰੱਥਾ ਦੇ ਵਿੱਚ ਵਾਧਾ ਕਰਦੇ ਰਹਿਣਾ। ਜਿਵੇਂ ਜੋ ਮਿਜ਼ਾਈਲਾਂ ਨੇ, ਹਰ ਰਾਜ ਕੋਸ਼ਿਸ਼ ਕਰਦਾ ਰਹਿੰਦਾ ਹੈ ਕਿ ਉਹਨਾਂ ਦੀ ਮਾਰੂ ਸਮਰੱਥਾ ਹੈ ਜਿਹੜੀ ਉਸ ਨੂੰ ਵਧਾਇਆ ਜਾਵੇ, ਉਸ ਦੀ ਜਿਹੜੀ ਦੂਰੀ ਹੈ ਮਾਰ ਕਰਨ ਦੀ ਕੈਪੈਸਿਟੀ ਹੈ ਦੂਰੀ ਦੀ, ਉਸ ਨੂੰ ਵਧਾਇਆ ਜਾਵੇ। ਸੈਨਾ ਦੀ ਗਿਣਤੀ ਦੇ ਵਿੱਚ ਵਾਧਾ ਕਰਦਾ ਰਹਿਣਾ। ਹਰ ਰਾਜ ਕੋਸ਼ਿਸ਼ ਕਰਦਾ ਹੈ ਕਿ ਆਪਣੇ ਸੈਨਿਕਾਂ ਦੀ ਗਿਣਤੀ ਦੇ ਵਿੱਚ ਵਾਧਾ ਕਰਦਾ ਰਹੇ ਤਾਂ ਕਿ ਦੂਸਰੇ ਰਾਜਾਂ ਦੇ ਅਗੇਂਸਟ ਬੈਲੈਂਸ ਉਸ ਦੇ ਫੇਵਰ ਵਿੱਚ ਰਹੇ। ਇਹ ਸੀ ਸ਼ਸਤਰੀਕਰਨ ਅਤੇ ਸ਼ਸਤਰੀਕਰਨ ਦੀਆਂ ਵਿਧੀਆਂ। ਨਿਸ਼ਸਤਰੀਕਰਨ ਇਸ ਤੋਂ ਉਲਟਾ ਹੈ। ਨਿਸ਼ਸਤਰੀਕਰਨ ਦਾ ਮੀਨਿੰਗ ਹੈ ਹਥਿਆਰਾਂ ਨੂੰ ਸੀਮਿਤ ਕਰਨਾ, ਹਥਿਆਰਾਂ ਦੀ ਡਿਵੈਲਪਮੈਂਟ ਦੇ ਵਿੱਚ ਕਟੌਤੀ ਕਰਨਾ, ਰੱਖਿਆ ਬਜਟ ਦੇ ਵਿੱਚ ਕਟੌਤੀ ਕਰਨਾ। ਇਸ ਨੂੰ ਅਸੀਂ ਨਿਸ਼ਸਤਰੀਕਰਨ ਕਹਿੰਦੇ ਹਾਂ। ਇਹ ਕਿਹੜੀਆਂ ਵਿਧੀਆਂ ਰਾਹੀਂ ਕੀਤਾ ਜਾ ਸਕਦਾ ਹੈ? ਕੋਈ ਰਾਜ ਆਪਣੇ ਹਥਿਆਰਾਂ ਦੀ ਗਿਣਤੀ ਵਿੱਚ ਕਮੀ ਕਰ ਸਕਦਾ ਹੈ ਜਾਂ ਆਪਣੇ ਹਥਿਆਰਾਂ ਦੀ ਮਾਰੂ ਸਮਰੱਥਾ ਵਿੱਚ ਵਾਧਾ ਕਰਨ ਤੋਂ ਹਟ ਸਕਦਾ ਹੈ, ਕਿਉਂਕਿ ਹਰ ਰਾਜ ਆਪਣੇ ਹਥਿਆਰਾਂ ਦੀ ਮਾਰੂ ਸਮਰੱਥਾ ਵਿੱਚ ਵਾਧਾ ਕਰਦਾ ਰਹਿੰਦਾ ਹੈ
ਰਿਸਰਚ ਐਂਡ ਡਿਵੈਲਪਮੈਂਟ ਇਸ ਖੇਤਰ ਦੇ ਵਿੱਚ ਹੁੰਦੀ ਰਹਿੰਦੀ ਹੈ। ਪਰੰਤੂ ਜੇ ਕੋਈ ਰਾਜ ਅਜਿਹਾ ਕਰਨ ਤੋਂ ਗੁਰੇਜ਼ ਕਰਦਾ ਹੈ ਜਾਂ ਹਟ ਜਾਂਦਾ ਹੈ ਕਿਸੇ ਖਾਸ ਫੀਲਡ ਦੇ ਵਿੱਚ, ਜਿਵੇਂ ਪਰਮਾਣੂ ਹਥਿਆਰਾਂ ਦੀ ਮਾਰੂ ਸਮਰੱਥਾ ਵਿੱਚ ਵਾਧਾ ਕਰਨ ਤੋਂ ਹਟਣਾ ਜਾਂ ਮਿਜ਼ਾਈਲਾਂ ਦੀ ਸਮਰੱਥਾ ਵਿੱਚ ਵਾਧਾ ਕਰਨ ਤੋਂ ਹਟਣਾ, ਤਾਂ ਵੀ ਅਸੀਂ ਇਸ ਨੂੰ ਨਿਸ਼ਸਤਰੀਕਰਨ ਦੇ ਵਿੱਚ ਸ਼ਾਮਲ ਕਰਦੇ ਹਾਂ। ਸੈਨਾ ਦੀ ਗਿਣਤੀ ਵਿੱਚ ਵਾਧਾ ਨਾ ਕਰਨਾ, ਇਹ ਵੀ ਨਿਸ਼ਸਤਰੀਕਰਨ ਹੈ। ਕਿਸੇ ਵਿਸ਼ੇਸ਼ ਕਿਸਮ ਦੇ ਹਥਿਆਰਾਂ ਨੂੰ ਨਸ਼ਟ ਕਰਨਾ, ਇਸ ਨੂੰ ਵੀ ਅਸੀਂ ਨਿਸ਼ਸਤਰੀਕਰਨ ਕਹਿ ਸਕਦੇ ਹਾਂ। ਇਹ ਜੋ ਨਿਸ਼ਸਤਰੀਕਰਨ ਹੈ, ਕੋਈ ਰਾਜ ਆਪਣੇ ਆਪ ਨਹੀਂ ਕਰਦਾ, ਜਾਂ ਤਾਂ ਕਿਸੇ ਹਾਰੇ ਹੋਏ ਰਾਜ ਤੇ ਨਿਸ਼ਸਤਰੀਕਰਨ ਇੰਪੋਜ਼ ਕੀਤਾ ਜਾਂਦਾ ਹੈ ਜੇਤੂ ਰਾਜਾਂ ਦੁਆਰਾ, ਸ਼ਕਤੀਸ਼ਾਲੀ ਰਾਜਾਂ ਦੁਆਰਾ, ਜਾਂ ਫਿਰ ਕੋਈ ਦੋ ਸ਼ਕਤੀਸ਼ਾਲੀ ਰਾਜ ਜਾਂ ਦੋ ਤੋਂ ਵਧੇਰੇ ਸ਼ਕਤੀਸ਼ਾਲੀ ਰਾਜ ਆਪਸ ਦੇ ਵਿੱਚ ਕੋਈ ਸਮਝੌਤਾ ਕਰਕੇ ਆਪਣੇ ਆਪ ਉੱਪਰ ਇਸ ਗੱਲ ਨੂੰ ਇੰਪੋਜ਼ ਕਰਦੇ ਹਨ, ਜ਼ਿੰਮੇਵਾਰੀ ਲੈਂਦੇ ਹਨ ਕਿ ਅਸੀਂ ਸਾਰੇ ਸਮੂਹਿਕ ਤੌਰ ਤੇ ਜਾਂ ਤਾਂ ਹਥਿਆਰਾਂ ਦੀ ਗਿਣਤੀ ਵਿੱਚ ਕਮੀ ਕਰਾਂਗੇ ਜਾਂ ਹਥਿਆਰਾਂ ਦੀ ਜੋ ਕਿਲਿੰਗ ਕਪੈਸਿਟੀ ਹੈ ਉਸ ਦੇ ਵਿੱਚ ਹੋਰ ਵਾਧਾ ਨਹੀਂ ਕਰਾਂਗੇ, ਜਾਂ ਕਿਸੇ ਵਿਸ਼ੇਸ਼ ਕਿਸਮ ਦੇ ਹਥਿਆਰ ਨੇ ਜਿਹੜੇ ਉਹ ਬਣਾਉਣ ਤੋਂ ਅਸੀਂ ਰੁਕਾਂਗੇ। ਸ਼ਸਤਰੀਕਰਨ ਤੇ ਨਿਸ਼ਸਤਰੀਕਰਨ ਲਈ ਕਿਹੜੀਆਂ ਵਿਧੀਆਂ ਮੁੱਖ ਤੌਰ ਤੇ ਅਪਣਾਈਆਂ ਗਈਆਂ ਨੇ ਜਾਂ ਅਪਣਾਈਆਂ ਜਾਂਦੀਆਂ ਨੇ? ਨਿਸ਼ਸਤਰੀਕਰਨ ਲਈ ਪਰਮਾਣੂ ਹਥਿਆਰਾਂ ਦੇ ਵਾਧੇ ਤੇ ਰੋਕ ਲਈ ਕੁਝ ਸੰਧੀਆਂ ਕੀਤੀਆਂ ਗਈਆਂ ਨੇ, ਜਿਵੇਂ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ, ਕੰਪਰੀਹੈਂਸਿਵ ਟੈਸਟ ਬੈਨ ਟ੍ਰੀਟੀ। ਇਹ ਸੰਧੀਆਂ ਨੇ ਜਿਹੜੀਆਂ ਪਰਮਾਣੂ ਹਥਿਆਰਾਂ ਦੇ ਵਾਧੇ ਤੇ ਰੋਕ ਲਈ ਕੀਤੀਆਂ ਗਈਆਂ ਨੇ। ਤੇ ਦੂਸਰੇ ਨੰਬਰ ਤੇ ਹੈ ਕੁਝ ਵੈਪਨਸ ਆਫ ਮਾਸ ਡਿਸਟਰਕਸ਼ਨ ਹੁੰਦੇ ਨੇ, ਵੱਡੇ ਪੱਧਰ ਤੇ ਤਬਾਹੀ ਕਰਨ ਵਾਲੇ ਹਥਿਆਰ, ਇਹਨਾਂ ਤੇ ਰੋਕ ਲਗਾਈ ਜਾ ਸਕਦੀ ਹੈ, ਉਹ ਵੀ ਨਿਸ਼ਸਤਰੀਕਰਨ ਹੈ। ਸੈਨਿਕਾਂ ਦੀ ਗਿਣਤੀ ਦੇ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ। ਇਹ ਜੋ ਸੰਧੀਆਂ ਸਮਝੌਤੇ ਮੁੱਖ ਤੌਰ ਤੇ ਹੋਏ ਨੇ, ਇੱਕ ਤਾਂ ਹੈ ਵਾਸ਼ਿੰਗਟਨ ਜਲ ਸੈਨਾ ਸੰਧੀ 1922 ਵਿੱਚ ਹੋਈ ਸੀ। ਇਸ ਦੇ ਵਿੱਚ ਇੰਗਲੈਂਡ, ਅਮਰੀਕਾ ਅਤੇ ਜਾਪਾਨ ਤਿੰਨ ਰਾਜਾਂ ਨੇ ਹਸਤਾਖਰ ਕੀਤੇ ਸੀ ਇਸ ਸੰਧੀ ਤੇ। ਇਹ ਤਿੰਨੇ ਹੀ ਰਾਜ ਇਸ ਤੱਥ ਤੇ ਸਹਿਮਤ ਹੋਏ ਸੀ ਕਿ ਤਿੰਨੇ ਰਾਜਾਂ ਦੀ ਜੋ ਨੇਵਲ ਪਾਵਰ ਹੈ ਉਹ ਇਸ ਅਨੁਪਾਤ ਵਿੱਚ ਰਹੇਗੀ, 5 ਅਤੇ 3 ਦਾ ਅਨੁਪਾਤ। ਭਾਵ ਇੰਗਲੈਂਡ ਤੇ ਅਮਰੀਕਾ ਦੀਆਂ ਜੋ ਸਮੁੰਦਰੀ ਸੈਨਾਵਾਂ ਨੇ, ਜਲ ਸੈਨਾਵਾਂ ਨੇ, ਜੇ ਉਹਨਾਂ ਦੀ ਗਿਣਤੀ 50-50 ਹਜ਼ਾਰ ਹੈ, ਤਾਂ ਜੋ ਜਾਪਾਨ ਦੀਆਂ ਜਲ ਸੈਨਾਵਾਂ ਨੇ ਉਸ ਦੀ ਗਿਣਤੀ 30,000 ਰਹੇਗੀ। ਇਸ ਤੋਂ ਬਾਅਦ ਪਰਮਾਣੂ ਪਸਾਰ ਰੋਕ ਸੰਧੀ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ 1968 ਦੇ ਵਿੱਚ ਹੋਈ ਸੀ, ਜਿਹੜੀ ਨਿਊਕਲੀਅਰ ਹੈਵ ਨੋਟਸ ਨੂੰ, ਜਿਹੜੇ ਰਾਜਾਂ ਨੇ ਉਦੋਂ ਤੱਕ ਨਿਊਕਲੀਅਰ ਵੈਪਨ ਡਿਵੈਲਪ ਨਹੀਂ ਕੀਤੇ ਸੀ, ਉਹਨਾਂ ਨੂੰ ਨਿਊਕਲੀਅਰ ਪਰੀਖਣ ਕਰਨ ਤੇ ਪਾਬੰਦੀ ਲਾਉਂਦੀ ਹੈ। ਵਿਆਪਕ ਪਰਮਾਣੂ ਟੈਸਟ ਰੋਕ ਸੰਧੀ 1996 ਵਿੱਚ ਹੋਈ ਸੀ। ਇਸ ਨੂੰ ਇਸ NPT ਦੀ ਹੀ ਐਕਸਟੈਂਸ਼ਨ ਕਿਹਾ ਜਾ ਸਕਦਾ ਹੈ, ਜਿਹੜੀ ਕਿਸੇ ਵੀ ਕਿਸਮ ਦੇ ਪਰਮਾਣੂ ਟੈਸਟ ਤੇ ਰੋਕ ਲਗਾਉਂਦੀ ਹੈ। ਸ਼ਸਤਰੀਕਰਨ ਅਤੇ ਨਿਸ਼ਸਤਰੀਕਰਨ ਦੀਆਂ ਕੁਝ ਐਗਜ਼ਾਮਪਲਸ ਨੇ। USA ਅਤੇ ਸੋਵੀਅਤ ਯੂਨੀਅਨ, ਜਦੋਂ ਸ਼ੀਤ ਯੁੱਧ ਪੂਰੇ ਪੀਕ ਤੇ ਸੀ 1972 ਦੇ ਵਿੱਚ, ਇਹਨਾਂ ਨੇ ਐਂਟੀ ਬੈਲਿਸਟਿਕ ਮਿਜ਼ਾਈਲ ਸੰਧੀ ਕੀਤੀ ਸੀ। ਇਸ ਸੰਧੀ ਦੇ ਤਹਿਤ ਦੋਹਾਂ ਹੀ ਮਹਾਸ਼ਕਤੀਆਂ ਨੇ ਆਪਣੀਆਂ ਐਂਟੀ ਬੈਲਿਸਟਿਕ ਮਿਜ਼ਾਈਲਾਂ ਨੂੰ ਕੇਵਲ 2 ਥਾਵਾਂ ਤੇ ਤੈਨਾਤ ਕਰਨ ਲਈ ਸਹਿਮਤੀ ਦਿੱਤੀ ਸੀ ਕਿ ਅਸੀਂ ਸਿਰਫ 2 ਥਾਵਾਂ ਤੇ ਹੀ, ਇੱਕ ਜਿੱਥੇ ਬੈਲਿਸਟਿਕ ਮਿਜ਼ਾਈਲਾਂ ਸਟੋਰ ਕੀਤੀਆਂ ਜਾਂਦੀਆਂ ਨੇ, ਸੰਭਾਲੀਆਂ ਜਾਂਦੀਆਂ ਨੇ, ਅਤੇ ਦੂਸਰਾ ਆਪੋ ਆਪਣੀਆਂ ਰਾਜਧਾਨੀਆਂ ਦੇ ਵਿੱਚ ਹੀ ਐਂਟੀ ਬੈਲਿਸਟਿਕ ਮਿਜ਼ਾਈਲਾਂ ਨੇ ਜਿਹੜੀਆਂ ਉਹ ਤੈਨਾਤ ਕਰਾਂਗੇ, ਹੋਰ ਕਿਸੇ ਥਾਂ ਤੇ ਇਹਨਾਂ ਦੀ ਤੈਨਾਤੀ ਨਹੀਂ ਕਰਾਂਗੇ। ਸ਼ਸਤਰੀਕਰਨ ਅਤੇ ਨਿਸ਼ਸਤਰੀਕਰਨ ਤੋਂ ਬਾਅਦ ਅਗਲੀ ਵਿਧੀ ਹੈ ਬੈਲੈਂਸ ਆਫ ਪਾਵਰ ਨੂੰ ਕਾਇਮ ਕੀਤੇ ਜਾਣ ਦੀ ਦਖਲ ਅੰਦਾਜ਼ੀ ਅਤੇ ਨਾ ਦਖਲ ਅੰਦਾਜ਼ੀ, ਇੰਟਰਵੈਂਸ਼ਨ ਐਂਡ ਨਾਨ ਇੰਟਰਵੈਂਸ਼ਨ। ਦਖਲ ਅੰਦਾਜ਼ੀ ਉਸ ਸਥਿਤੀ ਨੂੰ ਕਿਹਾ ਜਾਂਦਾ ਹੈ ਜਦੋਂ ਕਿਸੇ ਰਾਜ ਦੇ ਅੰਦਰੂਨੀ ਮਾਮਲਿਆਂ ਵਿੱਚ ਕਿਸੇ ਸ਼ਕਤੀ ਦੁਆਰਾ ਜਾਣਬੁੱਝ ਕੇ ਦਖਲ ਅੰਦਾਜ਼ੀ ਕੀਤੀ ਜਾਂਦੀ ਹੈ ਤਾਂ ਕਿ ਉੱਥੋਂ ਦੀ ਸ਼ਕਤੀ ਨੂੰ ਆਪਣੇ ਫੇਵਰ ਵਿੱਚ ਵਰਤਿਆ ਜਾ ਸਕੇ, ਉੱਥੋਂ ਆਪਣਾ ਰਾਜਨੀਤਿਕ ਲਾਹਾ ਲਿਆ ਜਾ ਸਕੇ, ਜਾਂ ਉੱਥੋਂ ਦੀ ਸਥਿਤੀ ਵਿੱਚ ਆਪਣੀ ਇੱਛਾ ਅਨੁਸਾਰ ਤਬਦੀਲੀ ਕੀਤੀ ਜਾ ਸਕੇ। ਨਾ ਦਖਲਅੰਦਾਜ਼ੀ ਇਸ ਤੋਂ ਆਪੋਜ਼ਿਟ ਹੈ, ਜਦੋਂ ਕੋਈ ਰਾਜ ਜਾਣਬੁੱਝ ਕੇ ਦਖਲਅੰਦਾਜ਼ੀ ਕਰਨ ਤੋਂ ਸੰਕੋਚ ਕਰਦਾ ਹੈ ਜਾਂ ਕਈ ਵਾਰੀ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਵੀ ਸੰਕੋਚ ਕਰਦਾ ਹੈ। ਉਸ ਨੂੰ ਪਤਾ ਹੁੰਦਾ ਹੈ ਕਿ ਜੇ ਇੱਥੇ ਅਸੀਂ ਦਖਲਅੰਦਾਜ਼ੀ ਕਰਾਂਗੇ ਤਾਂ ਸਾਡੇ ਨਾਲੋਂ ਜ਼ਿਆਦਾ ਲਾਭ ਸਾਡੇ ਜੋ ਅਪੋਨੈਂਟ ਨੇ ਜਾਂ ਸਾਡੇ ਕੰਪੀਟੀਟਰ ਸਟੇਟਸ ਨੇ ਉਹਨਾਂ ਨੂੰ ਹੋਵੇਗਾ, ਤਾਂ ਕੋਈ ਰਾਜ ਇਸ ਵਿਧੀ ਨੂੰ ਵੀ ਅਪਣਾ ਸਕਦਾ ਹੈ। ਫੁੱਟ ਪਾਓ ਅਤੇ ਰਾਜ ਕਰੋ, ਡਿਵਾਈਡ ਐਂਡ ਰੂਲ, ਬੜੀ ਪੁਰਾਣੀ ਵਿਧੀ ਹੈ ਬੈਲੈਂਸ ਨੂੰ ਆਪਣੇ ਹੱਕ ਵਿੱਚ ਰੱਖਣ ਦੀ, ਬੈਲੈਂਸ ਆਫ ਪਾਵਰ ਨੂੰ। ਸਾਮਰਾਜਵਾਦੀ ਸ਼ਕਤੀਆਂ ਨੇ ਇਸ ਵਿਧੀ ਦੀ ਆਪਣੀਆਂ ਕਲੋਨੀਆਂ ਵਿੱਚ, ਯੂਰਪੀਅਨ ਰਾਜਾਂ ਨੇ ਆਪਣੀ ਏਸ਼ੀਅਨ ਕਲੋਨੀਆਂ ਵਿੱਚ, ਅਫਰੀਕਨ ਕਲੋਨੀਆਂ ਵਿੱਚ ਇਸ ਵਿਧੀ ਦੀ ਰੱਜ ਕੇ ਵਰਤੋਂ ਕੀਤੀ ਹੈ।
ਉੱਥੋਂ ਦੇ ਲੋਕਾਂ ਦੇ ਵਿੱਚ ਫੁੱਟ ਪਾਈ ਜਾਂਦੀ ਹੈ ਵੱਖੋ ਵੱਖਰੇ ਆਧਾਰਾਂ ਤੇ ਉੱਥੋਂ ਦੀ ਜੋ ਲੋਕਲ ਬੈਲੈਂਸ ਹੈ ਉਸ ਪਾਵਰ ਦਾ ਉਸ ਨੂੰ ਆਪਣੇ ਫੇਵਰ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋਵੀਅਤ ਸੰਘ ਨੇ ਯੂਰਪ ਦੇ ਵਿੱਚ ਫੁੱਟ ਪਾਈ। ਯੂਰਪ ਦੇ ਕੁਝ ਰਾਜਾਂ ਨੂੰ ਕਮਿਊਨਿਜ਼ਮ ਦੇ ਪ੍ਰਭਾਵ ਵਿੱਚ ਲਿਆ, ਜਾਂ ਅਸੀਂ ਕਹਿ ਸਕਦੇ ਹਾਂ ਕਮਿਊਨਿਜ਼ਮ ਉੱਥੇ ਇੰਪੋਜ਼ ਕੀਤਾ ਉਹਨਾਂ ਰਾਜਾਂ ਤੇ, ਅਤੇ ਯੂਰਪ ਦੇ ਵਿੱਚ ਫੁੱਟ ਪਾ ਕੇ ਯੂਰਪ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਵੀਅਤਨਾਮ ਦੀ ਵੰਡ ਕੀਤੀ ਗਈ, ਜਰਮਨੀ ਦੀ ਵੰਡ ਕੀਤੀ ਗਈ, ਕੋਰੀਆ ਦੀ ਵੰਡ ਕੀਤੀ ਗਈ। ਇਹ ਕੁਝ ਐਗਜ਼ਾਮਪਲਸ ਨੇ ਜਿਹੜੀਆਂ ਫੁੱਟ ਪਾਓ ਤੇ ਰਾਜ ਕਰੋ ਦੀਆਂ ਨੇ, ਜਿਨ੍ਹਾਂ ਦੇ ਨਾਲ ਬੈਲੈਂਸ ਆਫ ਪਾਵਰ ਸ਼ਕਤੀਸ਼ਾਲੀ ਰਾਜਾਂ ਨੇ ਆਪਣੇ ਫੇਵਰ ਵਿੱਚ ਕਰਨ ਦੀ ਕੋਸ਼ਿਸ਼ ਕੀਤੀ। 6ਵੀਂ ਵਿਧੀ ਹੈ ਮੱਧਵਰਤੀ ਰਾਜ ਜਾਂ ਬਫਰ ਸਟੇਟ। ਮੱਧਵਰਤੀ ਰਾਜ ਜਾਂ ਬਫਰ ਸਟੇਟ ਉਹ ਹੁੰਦਾ ਹੈ ਜਿਹੜਾ ਆਪ ਤਾਂ ਕਮਜ਼ੋਰ ਹੁੰਦਾ ਹੈ ਪਰੰਤੂ ਦੋ ਵੱਡੀਆਂ ਸ਼ਕਤੀਆਂ ਦੇ ਵਿਚਕਾਰ ਸਥਿਤ ਹੁੰਦਾ ਹੈ। ਇਸ ਦਾ ਜਿਹੜਾ ਪ੍ਰਭਾਵ ਹੈ ਇੱਕ ਗੱਦੇ ਵਾਂਗ ਹੁੰਦਾ ਹੈ ਜਿਹੜਾ ਦੋ ਸ਼ਕਤੀਸ਼ਾਲੀ ਰਾਜਾਂ ਦੇ ਵਿੱਚ ਸਿੱਧੀ ਟੱਕਰ ਹੋਣ ਤੋਂ ਰੋਕਦਾ ਹੈ। ਇਸ ਲਈ ਇਸ ਨੂੰ ਬਫਰ ਸਟੇਟ ਕਿਹਾ ਜਾਂਦਾ ਹੈ। ਏਸ਼ੀਆ ਦੇ ਵਿੱਚ ਕੋਰੀਆ ਨੇ ਤਿੰਨ ਵੱਡੇ ਰਾਜਾਂ ਜਾਪਾਨ, ਚੀਨ ਅਤੇ ਸੋਵੀਅਤ ਸੰਘ ਦੇ ਦਰਮਿਆਨ ਮੱਧਵਰਤੀ ਰਾਜ ਦੀ ਭੂਮਿਕਾ ਨਿਭਾਈ ਹੈ। ਇਸੇ ਤਰ੍ਹਾਂ ਭਾਰਤ ਅਤੇ ਚੀਨ ਵਿਚਕਾਰ ਨੇਪਾਲ ਅਤੇ ਭੂਟਾਨ ਨਾਂ ਦੇ ਰਾਜ ਨੇ ਜਿਹੜੇ ਉਹ ਮੱਧਵਰਤੀ ਰਾਜ ਦੀ ਭੂਮਿਕਾ ਨਿਭਾ ਰਹੇ ਨੇ। ਇੱਥੇ ਅਸੀਂ ਨਕਸ਼ੇ 'ਚ ਦੇਖੀਏ ਤਾਂ ਨੇਪਾਲ ਇੱਕ ਛੋਟਾ ਜਿਹਾ ਕੰਟਰੀ ਹੈ, ਛੋਟਾ ਜਿਹਾ ਰਾਜ ਹੈ। ਭੂਟਾਨ ਵੀ ਇੱਕ ਛੋਟਾ ਜਿਹਾ ਰਾਜ ਹੈ, ਜਿਹੜੇ ਕਿ ਭਾਰਤ ਅਤੇ ਚੀਨ ਜਿਹੜੇ ਦੋਵੇਂ ਵੱਡੇ ਰਾਜ ਨੇ, ਸ਼ਕਤੀਸ਼ਾਲੀ ਰਾਜ ਨੇ, ਇਹਨਾਂ ਦੇ ਵਿਚਕਾਰ ਸਥਿਤ ਨੇ। ਇਸੇ ਤਰ੍ਹਾਂ ਕੋਰੀਆ ਹੈ, ਜੇ ਦੋਵਾਂ ਕੋਰੀਆ ਨੂੰ ਅਸੀਂ ਮਿਲਾਈਏ ਨਾਰਥ ਕੋਰੀਆ ਅਤੇ ਸਾਊਥ ਕੋਰੀਆ, ਇਹ ਜਾਪਾਨ, ਰਸ਼ੀਆ ਅਤੇ ਚੀਨ ਇਹ ਤਿੰਨਾਂ ਰਾਜਾਂ ਦੇ ਵਿਚਕਾਰ ਨੇ। ਮੱਧਵਰਤੀ ਰਾਜ ਨੂੰ ਕਈ ਵਾਰ ਜਿਹੜੀਆਂ ਵੱਡੀਆਂ ਪਾਵਰਸ ਨੇ ਉਹ ਉਸ ਨੂੰ ਮੇਨਟੇਨ ਕਰਕੇ ਰੱਖਦੀਆਂ ਨੇ। ਕੋਈ ਵੀ ਉਸ 'ਤੇ ਕਬਜ਼ਾ ਨਹੀਂ ਕਰਨਾ ਚਾਹੁੰਦਾ ਤੇ ਨਾ ਹੀ ਦੂਸਰੇ ਨੂੰ ਕਰਨਾ ਚਾਹੁੰਦਾ। ਉਸ ਨੂੰ ਬਫਰ ਸਟੇਟ ਨੂੰ ਆਪਣੀ ਸਿੱਧੀ ਟੱਕਰ ਰੋਕਣ ਲਈ ਉਸ ਨੂੰ ਕਾਇਮ ਰੱਖਣ ਦੇ ਹੱਕ ਵਿੱਚ ਹੁੰਦੀਆਂ ਨੇ। ਤੇ ਲਾਸਟ 'ਤੇ ਅਸੀਂ ਕਨਕਲੂਡ ਕਰ ਸਕਦੇ ਹਾਂ ਕਿ ਸ਼ਕਤੀ ਸੰਤੁਲਨ ਦੀਆਂ ਕਈ ਵਿਧੀਆਂ ਨੇ ਤੇ ਸ਼ਕਤੀ ਸੰਤੁਲਨ ਹੈ ਜਿਹੜਾ ਉਹ ਵਿਸ਼ਵ ਪੱਧਰੀ ਵੀ ਹੋ ਸਕਦਾ ਹੈ, ਖੇਤਰੀ ਵੀ ਹੋ ਸਕਦਾ ਹੈ। ਜਿਵੇਂ ਅਸੀਂ ਕਹਿੰਦੇ ਵੀ ਸਾਊਥ ਏਸ਼ੀਆ ਦੇ ਵਿੱਚ ਸ਼ਕਤੀ ਸੰਤੁਲਨ ਗੜਬੜ ਹੋ ਗਿਆ, ਇੱਕ ਰਾਜ ਨੇ ਆਪਣੀ ਸ਼ਕਤੀ 'ਚ ਬਹੁਤ ਵਾਧਾ ਕਰ ਲਿਆ। ਪਾਕਿਸਤਾਨ ਨੇ ਸ਼ਕਤੀ 'ਚ ਵਾਧਾ ਕੀਤਾ ਤਾਂ ਭਾਰਤ ਵੀ ਸ਼ਕਤੀ 'ਚ ਵਾਧਾ ਕਰਦਾ। ਭਾਰਤ ਜੇ ਪਰਮਾਣੂ ਪਰੀਖਣ ਕਰਦਾ ਇਸ ਖਿੱਤੇ ਦੇ ਵਿੱਚ ਤਾਂ ਨਾਲ ਦੀ ਨਾਲ ਪਾਕਿਸਤਾਨ ਵੀ ਪਰਮਾਣੂ ਪਰੀਖਣ ਕਰਦਾ। ਇਸੇ ਤਰ੍ਹਾਂ ਇਹ ਵਰਲਡ ਲੈਵਲ 'ਤੇ ਵੀ ਹੋ ਸਕਦਾ, ਜਿਵੇਂ ਸੈਕੰਡ ਵਰਲਡ ਵਾਰ ਤੋਂ ਲੈ ਕੇ 1990 ਤੱਕ ਵਿਸ਼ੇਸ਼ ਕਰਕੇ ਅਮਰੀਕਾ ਅਤੇ USSR ਦੇ ਵਿਚਕਾਰ ਸ਼ਕਤੀ ਸੰਤੁਲਨ ਬਣਿਆ ਰਿਹਾ। ਇਸ ਨੂੰ ਕਾਇਮ ਰੱਖਣ ਲਈ ਉਪਰਾਲੇ ਕਰਨੇ ਪੈਂਦੇ ਹਨ ਰਾਜਾਂ ਨੂੰ, ਤੇ ਜਿਹੜਾ ਰਾਜ ਬਹੁਤ ਜ਼ਿਆਦਾ ਪਾਵਰਫੁਲ ਬਣਨ ਦੀ ਕੋਸ਼ਿਸ਼ ਕਰਦਾ ਹੈ ਉਸ 'ਤੇ ਨਿਯੰਤਰਣ ਕਰਨਾ ਪੈਂਦਾ ਹੈ। ਤੇ ਰਾਜ ਕੋਸ਼ਿਸ਼ ਕਰਦੇ ਨੇ ਕਿ ਕਿਵੇਂ ਨਾ ਕਿਵੇਂ ਸ਼ਕਤੀ ਸੰਤੁਲਨ ਉਹਨਾਂ ਦੇ ਆਪਣੇ ਫੇਵਰ ਦੇ ਵਿੱਚ ਬਣਿਆ ਰਹੇ। ਤੇ ਸ਼ਕਤੀ ਸੰਤੁਲਨ ਹੈ ਜਿਹੜਾ ਹੈ ਵੱਡੀਆਂ ਸ਼ਕਤੀਆਂ ਦੀ ਖੇਡ ਹੈ। ਜਿਹੜੇ ਛੋਟੇ ਰਾਜ ਨੇ ਉਹਨਾਂ ਦੀ ਭੂਮਿਕਾ ਜਾਂ ਤਾਂ ਮੁਆਵਜ਼ੇ ਦੇ ਰੂਪ ਵਿੱਚ ਕੀਤੀ ਜਾਂਦੀ ਹੈ ਉਹਨਾਂ ਦੀ ਵਰਤੋਂ, ਜਾਂ ਉਹਨਾਂ ਦੀ ਵਰਤੋਂ ਹੈ ਜਿਹੜੀ ਉਹ ਬਫਰ ਸਟੇਟ ਦੇ ਰੂਪ 'ਚ ਕੀਤੀ ਜਾਂਦੀ ਹੈ, ਜਾਂ ਪਾਸਕ ਦੇ ਤੌਰ ਤੇ ਕੀਤੀ ਜਾਂਦੀ ਹੈ ਕਿ ਜੇ ਇੱਕ ਰਾਜ ਨੇ ਇੱਕ ਛੋਟੇ ਰਾਜ ਤੇ, ਇੱਕ ਵੱਡੀ ਪਾਵਰ ਨੇ ਇੱਕ ਛੋਟੇ ਰਾਜ ਤੇ ਕਬਜ਼ਾ ਕੀਤਾ ਹੈ ਤਾਂ ਦੂਸਰੀ ਵੱਡੀ ਪਾਵਰ ਕਿਸੇ ਦੂਸਰੇ ਛੋਟੇ ਰਾਜ ਤੇ ਕਬਜ਼ਾ ਕਰਕੇ ਆਪਣੀ ਸ਼ਕਤੀ ਨੂੰ ਬਰਾਬਰ ਕਰਨ ਦੀ ਕੋਸ਼ਿਸ਼ ਕਰਦੀ ਹੈ। ਬਹੁਤ ਬਹੁਤ ਧੰਨਵਾਦ ਅਤੇ ਗੁੱਡ ਲੱਕ।